ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸੁਹਬ ਤਾਂ ਸੁਹਾਗਣੀ, ਜਾਂ ਮਨ ਲੈ ਸਚ ਨਾਉ। ਸੁਹਬ ਤਾਂ ਸੁਹਾਗਣੀ, ਜਾਂ ਮਨ ਲੈ ਸਚ ਨਾਉ। ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ, ਦੂਜਾ ਨਾਹੀ ਥਾਉ। ਐਸਾ ਸ਼ਿੰਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ। ਅਹਨਿਸ ਲਾਗੈ ਪਾਉ। ਨਾਨਕ ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸਚ ਮੁਖ ਉਜਲਾ। ਖਸਮੈ ਮਾਹਿ ਸਮਾਏ। ਮਹਲਾ ਤੀਜਾ। ਲੋਕਾ ਵੇ ਹਉ ਸੁਹਵੀ, ਸੁਹਾ ਵੇਸ ਕਰੀ। ਵੇਸੀ ਸ਼ਹੁ ਨਾ ਪਾਈਐ, ਕਰ ਕਰ ਵੇਸ ਰਹੀ। ਨਾਨਕ ਤਿਨਹੀ ਸ਼ਹੁ ਪਾਇਆ, ਜਿਨਹੀ ਗੁਰ ਕੀ ਸਿੱਖ ਸੁਣੀ। ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਪੌੜੀ। ਹੁਕਮੀ ਸ੍ਰਿਸ਼ਟ ਸਾਜੀਅਨ, ਬਹੁ ਭਿਤ ਸੰਸਾਰਾ। ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰਾ। ਇਕ ਨਾਨੋ ਤੂੰ ਮੇਲ ਲੈ, ਗੁਰ ਸ਼ਬਦ ਵਿਚਾਰਾ। ਸਚ ਰਤੇ ਸੇ ਨਿਰਮਲੇ, ਹਉ ਮੈਂ ਤਜ ਵਿਕਾਰਾ। ਜਿਸ ਤੂੰ ਮੇਲਹਿ ਸੋ ਤੁਧ ਮਿਲੈ, ਸੋਈ ਸਚਿਆਰਾ। ਸਚ ਰਤੇ ਸੇ ਨਿਰਮਲੇ, ਹਉ ਮੈਂ ਤਜ ਵਿਕਾਰਾ। ਜਿਸ ਤੂੰ ਮੇਲਹਿ ਸੋ ਤੁਧ ਮਿਲੈ, ਸੋਈ ਸਚਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੇ ਸਮੇਂ ਨੂੰ ਮਾਣ ਰਹੇ ਹਾਂ। ਅਜੇ ਹੁਣੇ ਗੁਰਬਾਣੀ ਕੀਰਤਨ ਆਪ ਸਰੋਤ ਪਾ ਰਹੇ ਸੀ। ਹੁਣ ਗੁਰੂ ਸ਼ਬਦ ਵਿਆਖਿਆ ਦਾ ਸਮਾਂ ਹੈ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਸੂਹੀ ਕੀ ਵਾਰ
ਗੁਰੂ ਅਮਰਦਾਸ ਸਾਹਿਬ ਦੁਆਰਾ ਉਚਰਿਤ ਕੀਤਾ ਸੰਦੇਸ਼ ਅਸੀਂ ਵਿਚਾਰ ਰਹੇ ਹਾਂ। ਇਸ ਪਾਵਨ ਜੋ ਬਚਨ ਆਪਨੇ ਸਰਵਨ ਕੀਤੇ ਨੇ ਇੱਕ ਪੈਕੇਜ ਦੇ ਰੂਪ ਵਿੱਚ, ਇਸ ਅੰਦਰ 2 ਸ਼ਲੋਕ ਤੇ ਇੱਕ ਪੌੜੀ ਹੈ। ਦੋਨਾਂ ਸ਼ਲੋਕਾਂ ਵਿੱਚੋਂ 1 ਨੰਬਰ ਸ਼ਲੋਕ ਬੀਤੇ ਕੱਲ ਵਿਚਾਰਿਆ ਸੀ, ਅੱਜ ਯਤਨ ਕਰਾਂਗੇ 2 ਨੰਬਰ ਸ਼ਲੋਕ ਤੇ ਪੌੜੀ ਵਿਚਾਰ ਸਕੀਏ। ਇਸ ਪਾਵਨ ਵਾਰ ਦੇ ਸ਼ੁਰੂਆਤ ਦੇ ਵਿੱਚ ਹੀ ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ, ਸੂਹੇ ਰੰਗ ਦੇ ਨਾਲ ਬਾਤ ਸ਼ੁਰੂ ਹੋਈ। ਬੀਤੇ ਕੱਲ ਵਾਲੇ ਪਦੇ ਵਿੱਚ ਵੀ ਸੂਹਬਤਾਂ ਸੁਹਾਗਣੀ ਜਾਂ ਮਨ ਲੈ ਸਚ ਨਾਉ, ਮਤਲਬ ਸੁਹਾਗਣ ਦੇ ਚਿੰਨ੍ਹ ਦੱਸੇ ਜਾ ਰਹੇ ਸੀਗੇ। ਅੱਜ ਜੋ ਬਚਨ ਆ ਰਿਹਾ ਹੈ ਮਹਲਾ ਤੀਜਾ, ਲੋਕਾ ਵੇ ਹਉ ਸੁਹ ਵੀ ਸੂਹਾ ਵੇਸ ਕਰੀ, ਵੇਸੀ ਸ਼ਹੁ ਨਾ ਪਾਈਐ ਕਰ ਕਰ ਵੇਸ ਰਹੀ। ਇੱਥੇ ਜੋ ਵੇਸ ਆ ਸੂਹਾ ਵੇਸ, ਇਹ ਬਹਿਰੂਨੀ ਧਾਰਮਿਕ ਲਿਬਾਸ ਦੇ ਰੂਪ ਵਿੱਚ ਲੈ ਲਿਆ ਜਾਏ। ਜਿਵੇਂ ਬੀਤੇ ਕੱਲ ਵੀ ਆਪਾਂ ਬਾਤ ਕੀਤੀ ਸੀ ਕਿ ਸੁਹਾਗਣ ਦਾ ਜੋੜਾ, ਸੁਹਾਗਣ ਦੇ ਖਾਸ ਕਿਸਮ ਦੇ ਬਸਤਰ, ਇਹ ਸਭ ਚੀਜ਼ਾਂ ਇਸ ਸਮਾਜਿਕ ਵਰਤਾਓ ਵਿੱਚ ਅਕਸਰ ਵੇਖੀਆਂ ਗਈਆਂ ਰਹੇ। ਇਹਨਾਂ ਚੀਜ਼ਾਂ ਤੇ ਲੋਕ ਐਮਫਸਾਈਜ਼ ਕਰਦੇ, ਪਰ ਕੱਲਾ ਬਸਤਰ ਪਾਉਣ ਨਾਲ ਤੇ ਕੁਛ ਨਹੀਂ ਨਾ ਹੋ ਸਕਦਾ। ਸਪੋਜ਼ ਕਰੋ ਇੱਕ ਐਗਜ਼ਾਮਪਲ ਹੀ ਦੇ ਲਈਏ ਕਿ ਕੋਈ ਅਸੀਂ ਲਾ ਐਨਫੋਰਸਮੈਂਟ ਦੇਖਦੇ ਹਾਂ ਇੱਥੇ, ਸਪੋਜ਼ ਪੁਲਿਸ ਆਫਿਸਰ ਦੀ ਵਰਦੀ ਇੱਕ ਟੇਲਰ ਸਿਉਂਦਾ ਹੈ ਇੱਕ ਜਗ੍ਹਾ ਤੇ, ਉਹ ਵਰਦੀ ਕਿਸੇ ਸ਼ਾਪ ਤੇ ਵਿਕਦੀ ਹੈ। ਕੋਈ ਸ਼ਖਸ ਦੇਖਦਾ ਵੀ ਸਾਰੇ ਆਫਿਸਰਸ ਇੱਥੋਂ ਆ ਕੇ ਇਹਦੀਆਂ ਡਰੈਸਿਸ ਬਾਏ ਕਰਦੇ ਨੇ ਸਾਰੀਆਂ ਉਸ ਰੂਪ ਦੇ ਵਿੱਚ, ਉਹ ਵੀ ਆ ਜਾਏ, ਆ ਕੇ ਆਪਣੀ ਚੋਇਸ ਦੇ ਅਕੋਰਡਿੰਗਲੀ ਕਾਂਸਟੇਬਲ ਦੀ, ਸਰਜੈਂਟ ਦੀ, ਇੰਸਪੈਕਟਰ ਦੀ, ਕਿਸੇ ਕਿਸਮ ਦੀ ਵੀ ਆਪਣੀ ਵਰਦੀ ਪਿਕ ਕਰੇ, ਆਪਣੇ ਬਿਲਕੁਲ ਸਾਈਜ਼ ਦੀ, ਨਾਪ ਦੀ ਬਿਲਕੁਲ ਫਬਵੀਂ ਲੈ ਕੇ ਉਸ ਨੂੰ ਪਾ ਲਵੇ ਅਤੇ ਪਾ ਕੇ ਸੁਸਾਇਟੀ ਦੇ ਵਿੱਚ ਇਹ ਕਹੇ ਕਿ ਹੁਣ ਮੈਂ ਲਾ ਐਨਫੋਰਸਮੈਂਟ ਦਾ ਮੈਂਬਰ ਬਣ ਗਿਆ, ਮੈਂ ਉਸ ਜੋਬ ਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਹੁਣ ਪਲੇ ਕਰਾਂਗਾ ਸਭ ਚੀਜ਼ਾਂ। ਇਜ਼ ਇਟ ਪੋਸੀਬਲ? ਨੋ ਵੇ। ਬਲਕਿ ਉਹਨੂੰ ਕਿਹਾ ਜਾਏਗਾ ਇਹ ਬਹਿਰੂਪੀ ਹੈ, ਇਹ ਡੁਪਲੀਕੇਟ ਹੈ, ਰੀਅਲ ਨਹੀਂ ਹੈਗਾ। ਰਿਐਲਿਟੀ ਦੇ ਵਿੱਚ ਜਿਹੜੀ ਵਰਦੀ ਹੈ ਉੱਥੇ ਤਾਂ ਸੋਭਦੀ ਹੈ ਜੇ ਉਹਦੇ ਕੋਲੋਂ ਪੋਜੀਸ਼ਨ ਹੈ, ਜੇ ਉਹਦੇ ਕੋਲੋਂ ਕਰੈਕਟਰ ਹੈ, ਜੇ ਉਹਦੇ ਕੋਲੋਂ ਜ਼ਿੰਮੇਵਾਰੀ ਹੈ। ਉਸ ਰੂਪ ਦੇ ਅੰਦਰ ਧਾਰਮਿਕ ਤੌਰ 'ਤੇ ਹੈ ਕਿ ਤੁਹਾਨੂੰ ਬਾਹਰੋਂ ਨਹੀਂ ਕਿਸੇ ਨੇ ਜੱਜ ਕਰਨਾ, ਤੁਸੀਂ ਆਪਣੇ ਜੱਜ ਆਪ ਹੋ। ਆਪਣੇ ਆਪ ਨੂੰ ਆਪ ਦੇਖਣਾ ਹੈ, ਆਪ ਗੋਖਣਾ ਹੈ, ਆਪ ਪੜਤਾਲਣਾ ਹੈ। ਫਿਰ ਇੱਕ ਰੰਗ ਮੈਂ ਬਿਆਨ ਕਰਦਿਆਂ ਇਹਦੇ ਨਾਲ ਦੇਖੋ, ਜਿਵੇਂ ਅੱਜ ਕੱਲ੍ਹ ਤਾਂ ਖੈਰ ਦੀਵਾਰਾਂ, ਦਰਵਾਜ਼ੇ, ਇਹ ਸਭ ਜੋ ਕਿ ਇੱਕ ਪਾਪੂਲੇਸ਼ਨ ਵੱਧ ਗਈ, ਚੋਰੀ ਚਕਾਰੀ ਵੱਧ ਗਈ, ਸਭ ਚੀਜ਼ਾਂ ਇਹਦੇ ਕਰਕੇ ਬੜਾ ਇਸ ਤਰੀਕੇ ਨਾਲ ਬਣਾਇਆ ਗਿਆ। CCTV ਕੈਮਰੇ ਲਗਾਏ ਗਏ ਕਲੋਜ਼ ਸਰਕਟ ਚੀਜ਼ਾਂ ਨੂੰ ਰਿਕਾਰਡ ਕਰਨ ਲਈ ਸਭ ਰੂਪ ਦੇ ਵਿੱਚ। ਜੇ ਆਪਾਂ ਪਿਛੋਕੜ ਵਿੱਚ ਦੇਖਦੇ ਹਾਂ ਤਾਂ ਪਿਛੋਕੜ ਦੇ ਵਿੱਚ ਜਿਹੜਾ ਖਾਸ ਕਰਕੇ ਕੋਈ ਦੀਵਾਰ, ਕੋਈ ਕੰਧ ਜਾਂ ਲੋਕ ਬਾਉਂਡਰੀਜ਼ ਬਣਾਉਂਦੇ ਸੀਗੇ ਅਤੇ ਕਈ ਵਾਰ ਹੁੰਦਾ ਸੀਗਾ ਕਿ ਬਾਉਂਡਰੀ ਬਣਾਉਣ ਦੀ ਲੋੜ ਨਹੀਂ ਹੈ, ਖੁੱਲ੍ਹਾ ਰਹਿਣ ਦਿਓ। ਅਤੇ ਕਈ ਦਾਨੇ ਲੋਕ ਕਹਿੰਦੇ ਸਨ ਕਿਸੇ ਵਾਸਤੇ ਨਹੀਂ, ਆਪਣੇ ਆਪ ਨੂੰ ਦੱਸਣ ਵਾਸਤੇ ਕਿ ਸਾਡੀ ਜ਼ਿੰਮੇਵਾਰੀ ਇਸ ਜ਼ਮੀਨ ਦੇ ਇਸ ਬਾਉਂਡਰੀ ਤੱਕ ਹੈ, ਸਾਨੂੰ ਇਸ ਇਲਾਕੇ ਤੱਕ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ। ਸਾਨੂੰ ਇਸ ਅਨਾਊਂਸਮੈਂਟ ਇੱਕ ਤਰ੍ਹਾਂ ਦੀ ਹੈ, ਜਿਹੜੀਆਂ ਅਸੀਂ ਹੱਦਾਂ ਬੰਨ੍ਹਦੇ ਹਾਂ ਇਹ ਐਕਚੁਅਲ ਲੈਵਲ 'ਤੇ ਸਾਨੂੰ ਆਪਣੇ ਆਪ ਨੂੰ ਦੱਸਣ ਵਾਸਤੇ ਨੇ, ਆਹ ਹੱਦ ਹੈ ਮੇਰੀ, ਆਹ ਬਾਉਂਡਰੀ ਹੈ ਮੇਰੀ। ਹੁਣ ਸਪੋਜ਼ ਆਪਾਂ ਉਸ ਦਿਨ ਬਾਤ ਕਰ ਰਹੇ ਸੀਗੇ ਕਿ ਇੱਥੇ ਇੰਜੀਨੀਅਰਿੰਗ ਕਰਾਉਣ ਲੱਗਿਆ, ਜਦੋਂ ਇੰਜੀਨੀਅਰਿੰਗ ਡਨ ਹੋ ਜਾਂਦੀ ਤਾਂ ਜਿਹੜੀ ਲਾਸਟ ਫਿੰਗਰ ਆ ਉਸ ਨੂੰ ਰਿੰਗ ਦਿੱਤੀ ਜਾਂਦੀ। ਐਕਚੁਅਲ ਲੈਵਲ ਤੋਂ ਉਹਨੂੰ ਬਾਉਂਡ ਕੀਤਾ ਜਾਂਦਾ ਕਿਸੇ ਓਥ ਦੇ ਨਾਲ, ਕੁਝ ਐਥੀਕਲੀ ਆਪਣੇ ਆਪ ਦੇ ਵਿੱਚ ਕੁਝ ਪ੍ਰਿੰਸੀਪਲ ਬੇਸਡ ਅਪਰੋਚ ਦੇ ਨਾਲ। ਜਦੋਂ ਅਸੀਂ ਧਰਮ ਦੀ ਗੱਲ ਕਰੀਏ, ਗੁਰੂ ਬਾਬਾ ਜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ
माफ़ी मंगांगा। असी तो उस लैवल ते अजे आप ही नहीं समझ पाए, लोगों तो की समझावांगे। पर गुरु बाबा जी हर धर्म के फॉलोवर नूं, धर्म के राह ते तुरन वाले, आपां बीते कल भी बात पा रहे सी थोड़ी जी हलाल ते हराम दी, महाराज उन्होंने इंपावरमेंट देंदे। जिस कल्चर विचों, जिन्हां ट्रैडिशन विचों, जिन्हां मानतावां विचों आउंदे, उन्हां ट्रैडिशन मानतावां दे जरिए ही उन्होंने धर्म की एजुकेशन समझाते, दसदे धर्म नूं सही रूप में समझ लवो। क्योंकि देखो धर्म जिहड़ी चीज़ गुरु ग्रंथ साहब के मुताबक है, ये कोई ये दावा करने की लोड़ नहीं है किसी रूप दे विच कि मैं सच्चा ते फलाना झूठा है, तो मैं उच्चा ते फलाना नीवा आ। इत्थे ते समतलता की गल है। बाकी गल रही धर्म की परिभाषा दी, सदके जाइए गुरु ग्रंथ साहब की बाणी तो, गुरु अर्जन साहब तो वधिया एक्सप्लेन की करेगा कोई। सर्ब धर्म में श्रेष्ठ धर्म, दुनिया के किसी धर्म तो ना मुनकरां ना बागीआं ना किसी रूप दे चोदी नखेधी करते हैं, सिर्फ इन्ना दसदे हाँ जे धर्मी बनना ही तो सर्वश्रेष्ठ क्यों नहीं बनता। उस जगह ते जा जिथे वाकई च धर्म के हायर लैवल नूं टच कर सके। महाराज वो किहड़ा आ, सर्ब धर्म में श्रेष्ठ धर्म, हर को नाम जप निर्मल करम। रब दा पै रख, नाम जपना की है, सवेरे उठ के वह नाम लेंदे हो, शाम को सौण लग्या वह नाम लेंदे हो, दिने उन्होंने याद रखते हो। दाता इहो जिहा काम ना हो जाए, तेरी दरगाह मूँह विखाण जोगे ना रह जाइए। दाता इन्ना तरस करी जिदन तू आवाज़ मारे तेरे कोल मुख उजला लैके जाइए, अखां नीवियां ना होण। दाता इन्नी बांह फड़ी, डोलीए ना, डिग्गीए ना, दाता घबराइए ना, दाता तू अंग संग होए। नाम है सारा गुरु ग्रंथ साहब इन्हां ही भावां नूं, इन्हां नूं कह लो तुसी, इस किस्म दीयां टीचिंग्स ते इमोशनस नूं असी किस तरीके दे नाल फॉलो करना है, अपने अंदर प्रोसेस करना है, मैनीफेस्ट करना है, ये सारी रचना आया ये नाम है। हर का नाम जप, फिर आउटकम की है, निर्मल कर्म, कर्म ऐसा मैल रहत। देखो कम करना, कम करके अपनियां लोड़ां पूरियां करनियां, परिवार दीयां लोड़ां पूरियां करनियां, ये बड़ी एक कार है, ये बड़ी चंगी चीज़ है, ये किरत है। पर बंदा अपनियां लोड़ां ते अपने परिवार दीयां लोड़ां नूं पूरा करन लग्गिया सही ते गलत दा फर्क भुल के ते सिर्फ एक चीज़ दे मगर लग जाए, लालच, ये मैल है। इस मैल तो बचना है, निर्मल अपनी आत्म रखिया लई, आत्म सम्मान लई उहदे लई गल करनी, उहदे लई सिर चुकना, बिल्कुल ठीक गल है। पर दूजियां दे सन्मान नूं सन्मान ना समझना, दूजियां दी होंद नूं होंद ना समझना, ये मैल है। कर्म ऐसा होए जिहदे च मैल ना होए, जिहदे च सन्मान होए, जिहदे च अपने आपे दी ये चीज़ जिहड़ी है, इहदी व्याख्या गुरु साहब ने की ते सब दी व्याख्या करदे होए महाराज ने कहा, हाँ तू धार्मिक तौर पर अपने आप नूं जदों, एक चीज़ होर इहदे नाल ऐड करांगा कि जदों बंदा धार्मिक होने का दावा करता है, अनाउंसमेंट है दैट आई एम द फॉलोवर ऑफ दिस स्कूल, आई एम द फॉलोवर ऑफ दैट स्कूल, मीन आई एम डिक्लेयरिंग, आई एम एक्चुअली announcing it, yes, I believe in this system, I follow this system. So that kind of thing is when people try to follow some kind of you can say ਜਿਹੜੇ ਫਿਜ਼ੀਕਲ ਅਪੀਅਰੈਂਸ ਦੇ ਨਾਲ ਚੀਜ਼ਾਂ ਆਉਂਦੀਆਂ ਨੇ। ਜਿਵੇਂ ਗੁਰੂ ਮਹਾਰਾਜ ਜਨੇਊਧਾਰੀ ਹੋਣ ਦੀ ਬਾਤ ਜਦੋਂ ਕਰਦੇ ਬਾਣੀ ਦੇ ਵਿੱਚ, ਤੇ ਮਹਾਰਾਜ ਕੀ ਬਿਆਨ ਕਰਦੇ, सब ध्यान करते, कल्ले कपाह दे सूत वट के पाउण नाल ये धर्मी बनना, एवें कौन धर्मी बन सकता है। हाँ ये पिछे दे सच नूं जे समझदा है तू, दया कपाह संतोख सूत जत गंढी सत वट, यह जनेऊ जी का, ये जिंद नूं पाउणा है, ये रूहानी तौर पर अपने आप नूं अमर करने वास्ते उस पासे लैके जाना है। हई तां पांडे घत, फिर एक होर चीज़ है, ना है टुटा है ना मन लगे, ना है जले हो जाए,
ਧਾਨੋ ਮਾਨਸ ਨਾਨਕਾ ਜਿਨ ਗਲ ਚੱਲੇ ਪਾਏ। ਉਹ ਧਨ ਨੇ ਜਿਨ੍ਹਾਂ ਨੇ ਆਪਣੇ ਗਲਾਂ ਵਿੱਚ ਇਹ ਜਨੇਊ ਪਾਲੇ, ਜਿਹੜੇ ਇਸ ਜਨੇਊ ਦੇ ਪਿੱਛੇ ਪਏ ਹੋਏ ਸੱਚ ਨੂੰ ਸਮਝ ਗਏ। ਇੱਥੇ ਬਾਤ ਕੀਤੀ ਗਈ। ਹੋਰ ਆ ਜਾਓ, ਕਿਉਂਕਿ ਬਚਨ ਇਹ ਹੈ, ਲੋਕਾ ਵੇ ਹਉ ਸੁਹਵੀ, ਦੁਨੀਆ ਦੇ ਲੋਕੋ ਮੈਂ ਸੁਹਾਗਣ। ਗੁਰੂ ਅਮਰਦਾਸ ਸਾਹਿਬ ਕਹਿੰਦੇ ਸੂਹਾ ਵੇਸ ਕਰੀ, ਸੁਹਾਗਣ ਦਾ ਵੇਸ ਕਰ ਲਿਆ ਹੈ, ਵੇਸੀ ਸ਼ੌ ਨਾ ਪਾਈ ਹੈ। ਆਪ ਹੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਕੱਲੇ ਵੇਸ ਨਾਲ ਸ਼ੌ ਥੋੜਾ ਮਿਲਦਾ ਆ। ਭਗਤ ਫਰੀਦ ਜੀ ਦੇ ਬਚਨ ਪੜ੍ਹ ਲਓ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਵੇਸ ਹੀ ਹੈ ਨਾ, ਕਾਲਾ ਪਾ ਲਿਆ, ਸੂਫ, ਸੂਫੀ ਬਣ ਗਏ। ਖੈਰ ਅੱਜ ਕੱਲ੍ਹ ਤੇ ਸੁੱਖ ਨਾਲ ਸੂਫੀ ਦੀ ਬੜੀ ਲਹਿਰ ਬਹਿਰ ਹੈ ਸਾਡੇ ਘਰਾਂ ਦੇ ਵਿੱਚ, ਤੇ ਪੰਜਾਬ ਦੇ ਆਲੇ ਦੁਆਲੇ ਤੇ ਸੂਫੀ ਗਾਉਣ ਵਾਲਿਆਂ ਦੀ ਕਮੀ ਕੋਈ ਨਹੀਂ ਹੈ। ਚਲੋ ਗੁਸਤਾਖੀ ਲਈ ਮਾਫੀ, ਪਰ ਕਈ ਵਾਰੀ ਬੜੀ ਹਾਸੋਹੀਣੀ ਗੱਲ ਲੱਗਦੀ ਹੈ। ਕੀ ਹਾਲਤ ਕੀ ਹੈ ਸੂਫੀ ਦੇ, ਮਾਇਨੇ ਸਮਝੋ ਕੀ ਹੁੰਦੇ ਨੇ। ਸੂਫੀ ਜੇ ਕਿਸੇ ਨੇ ਹੋਣਾ ਆ ਤੇ ਸਾਡੇ ਘਰ ਇੱਥੇ ਭਗਤ ਫਰੀਦ ਜੀ ਬੈਠੇ ਨੇ, ਆਓ ਉਹਨਾਂ ਕੋਲ, ਦੇਖੋ ਸੂਫੀ ਕਿਵੇਂ ਬਣਦੇ ਨੇ। ਭਗਤ ਫਰੀਦ ਜੀ ਨੇ ਕਿਹਾ ਕਾਲੇ ਮਹਿੰਡੇ ਕੱਪੜੇ, ਮੈਂ ਆਪਣੇ ਕੱਪੜੇ ਕਾਲੇ ਕਰ ਲਏ। ਇਹਦਾ ਐਕਚੁਅਲ ਲੈਵਲ 'ਤੇ ਜੇ ਤੁਸੀਂ ਫਾਰਸੀ ਦੇ ਵਿੱਚ ਜਾ ਕੇ ਦੀ ਤਰਜਮਾਨੀ ਪੜ੍ਹਦੇ ਹੋ ਸੂਫੀ ਦੀ, ਤੇ ਸੂਫੀ ਦਾ ਮਤਲਬ ਇਹ ਬਣਦਾ ਜਿਹੜੇ ਲੋਕ ਸਫ 'ਤੇ ਆ ਜਾਂਦੇ ਨੇ, ਸਰਫੇਸ 'ਤੇ, ਜਿਹੜੇ ਲੋਕ ਆਪਣੇ ਆਪ ਨੂੰ ਡਿਕਲੇਅਰ ਕਰ ਦਿੰਦੇ ਨੇ, ਉਜਾਗਰ ਕਰ ਦਿੰਦੇ ਨੇ, ਕਨਫੈਸ਼ਨ ਕਰਦੇ ਨੇ, ਦੱਸ ਦਿੰਦੇ ਨੇ ਹੂ ਐਮ ਆਈ, ਮੈਂ ਕੌਣ ਆ। ਜਿਹੜੇ ਲੁਕਾਉਂਦੇ ਨਹੀਂ, ਜਿਹੜੇ ਸੱਚ ਬੋਲਦੇ ਨੇ, ਇਹੋ ਜਿਹੇ ਸੂਫੀ ਗੁਰੂ ਗ੍ਰੰਥ ਸਾਹਿਬ ਸਾਰੇ ਇਸ ਰੂਪ 'ਚ ਭਰਿਆ ਪਿਆ। ਕਿਤੇ ਬਾਬਾ ਕਬੀਰ ਨੂੰ ਤੁਸੀਂ ਪੜ੍ਹਦੇ ਹੋ ਕਿ ਕਬੀਰ ਸਭ ਤੇ ਹਮ ਬੁਰੇ। ਹੁਣ ਇਹ ਕੀ ਹੈ? ਇਹ ਹੈ ਆਪਣੇ ਆਪ ਨੂੰ ਲੁਕਾਉਣਾ ਨਹੀਂ, ਛੁਪਾਉਣਾ ਨਹੀਂ, ਦੱਸਣਾ ਆ। ਉਹ ਦੁਨੀਆ ਦੇ ਲੋਕੋ, ਮੈਂ ਕੌਣ ਹੋਣਾ ਕਿਸੇ ਨੂੰ ਜੱਜ ਕਰਕੇ ਬੁਰਾ ਜਾਂ ਭਲਾ ਕਹਿਣ ਵਾਲਾ। ਮੇਰੇ ਤੋਂ ਤੇ ਆਪਣੀਆਂ ਬੁਰਾਈਆਂ ਨੇ ਅਜੇ ਕਾਬੂ ਆਈਆਂ। ਮੈਂ ਤੇ ਲੋਕਾਂ ਨੂੰ ਕੀ ਮੈਂ ਪੜਤਾਲ ਦੱਸਾਂ, ਉਸ ਰੂਪ ਵਿੱਚ ਗੋਖਾਂਗਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਨੂੰ ਛੱਡ ਕੇ ਸਾਰੇ ਹੀ ਭਲੇ ਨੇ ਭਾਈ, ਮੈਂ ਹੀ ਅਦਨਾ ਆ, ਮੈਂ ਹੀ ਮਾੜਾ ਆ। ਆਪਣੇ ਗੁਨਾਹਾਂ ਤੇ ਬਾਤ ਕੀਤੀ ਜਾਏ। ਆਪਾਂ ਕਈ ਵਾਰੀ ਉਸ ਸੂਫੀ ਦੇ ਲਫ਼ਜ਼ ਪੜ੍ਹਦੇ ਆ ਨਾ, ਉਹ ਕਹਿੰਦਾ ਹੈ जब अपने गुनाहों की ना थी खबर, रहे औरों के देखते ऐबो हुनर। ਜਦੋਂ ਆਪਣੇ ਵੱਲ ਕੋਈ ਨਜ਼ਰ ਨਹੀਂ ਸੀ ਨਾ, ਨਜ਼ਰ ਸੀ ਆਲੇ ਦੁਆਲੇ, ਤਕੜੀ ਧਰੀ ਸੀ, ਤੋਲ ਰਹੇ ਸੀ, ਰੋਜ਼ ਦੱਸ ਰਹੇ ਸੀ ਫਲਾਣਾ ਆ ਇਸ ਰੂਪ ਦੇ ਚ ਵੈਲੂਏਸ਼ਨ ਹੋ ਰਹੀ ਸੀ। ਉਹ ਕਿਤੇ ਇੱਕ ਦਿਨ ਕਰਤਾਰੀ ਪ੍ਰਤਾਪ ਹੋਇਆ, ਨਜ਼ਰ ਘੁੰਮ ਗਈ। ਜਦੋਂ ਨਜ਼ਰ ਘੁੰਮੀ ਤੇ ਆਪਣੇ ਵੱਲ ਨਜ਼ਰ ਪਾਈ ਤੇ ਓ ਹੋ ਅਹਿਸਾਸ ਖੁੱਲ ਗਏ ਸਾਰੇ ਦੇ ਸਾਰੇ। ਇਹ ਕੀ ਬਣਿਆ? जब अपने गुनाहों की ना थी खबर, रहे औरों के देखते ऐबो हुनर। जब अपने गुनाहों पे पड़ गई नजर तो नजर में कोई भी बुरा ना रहा। उधर पता लगा कि हम तज भलो सब कोए, जिन्हें ऐसा कर बूझिया मीत हमारा सोए। सांझा भी ਉਹਦੇ ਨਾਲ ਹੀ ਨੇ। ਇਹ ਰੂਪ ਆ ਕਿਹਾ ਗਿਆ ਕਿ ਆਪਣੇ ਆਪ ਨੂੰ ਇਸ ਲੈਵਲ ਤੇ ਲੈ ਕੇ ਆ। ਸੂਫੀ ਉਹ ਜਿਹੜਾ ਸਫ ਤੇ ਆ ਗਿਆ, ਬਾਹਰ ਆ ਗਿਆ, ਉਜਾਗਰ ਹੋ ਗਿਆ, ਆਪਣੇ ਆਪ ਨੂੰ ਡਿਕਲੇਅਰ ਕਰਤਾ। ਜਿਹਨੇ ਦੱਸਿਆ ਉਹ ਦੁਨੀਆ ਦੇ ਲੋਕੋ ਐਵੇਂ ਨਾ ਦੇਖਿਆ ਜੇ ਬਾਬਾ ਫਰੀਦ ਜੀ ਇੱਥੋਂ ਸੂਫੀ ਬਣਦੇ। ਕਹਿੰਦੇ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਉਹ ਦੁਨੀਆ ਦੇ ਲੋਕੋ ਦਰਵੇਸ਼ ਨਾ ਕਹੋ ਮੈਨੂੰ, ਦਰਵੇਸ਼ਗੀ ਬੜੀ ਦੂਰ ਹੈ। ਦਰਵੇਸ਼ਗੀ ਕਿੱਥੇ ਆ ਜਾਏਗੀ? ਅਜੇ ਤੇ ਕਾਲੇ ਕੱਪੜੇ ਹੀ ਨੇ। ਤੇ ਕਾਲੇ ਕੱਪੜੇ ਤੁਹਾਡੇ ਤੋਂ ਪੂਜਾ ਕਰਾਉਣ ਵਾਸਤੇ ਨਹੀਂ, ਤੁਹਾਡੇ ਤੋਂ ਅਰਚਨਾ ਕਰਾਉਣ ਵਾਸਤੇ ਨਹੀਂ। ਇਹ ਕਾਲੇ ਕੱਪੜੇ ਤੇ ਡਿਕਲੇਅਰ ਕਰਨ ਵਾਸਤੇ ਨੇ। ਇੰਨੀ ਕਾਲਖ ਹੈ ਅੰਦਰ, ਇੰਨਾ ਕਾਲਾ ਆ ਅੰਦਰੋਂ, ਅਜੇ ਧੋਣਾ ਆ, ਅਜੇ ਸਾਫ਼ ਕਰਨਾ ਆ, ਲੁਕੋ ਨਹੀਂ ਰਿਹਾ। ਅਜੇ ਮੈਂ ਦੱਸ ਰਿਹਾ ਆ ਚੀਜ਼ ਹੋ ਰਹੀ ਇਸ ਰੂਪ ਦੇ ਵਿੱਚ। ਹੋਰ ਆ ਜਾਓ ਬਾਬਾ ਫਰੀਦ ਜੀ। ਮੈਂ ਬੇਨਤੀ ਕੀਤੀ ਨਾ, ਸੂਫੀ ਦਾ ਰੰਗ ਹੈ। ਇਹ ਸ਼ਬਦ ਪੜ੍ਹਦੇ ਹਾਂ ਕਿ ਫਰੀਦਾ ਕੰਨ ਮੁਸੱਲਾ, ਸੂਫ ਗਲ,
दिल काती गुड़वात। कहते कन्न मुसल्ला, मुसल्ला मुसलमान नमाज पढ़ने वास्ते कपड़े का जिहड़ा यूज़ करता है, प्रयोग करता है, उसनूं अपने मोढे ते रखता है। मैनूं याद आ असी एक बारी देवबन सहारनपुर का जिहड़ा इलाका है उत्थे विजिट करने गए, तो उत्थों एक स्कॉलर उन्हां दा आलम फाजल सीगा, उहदे नाल गलबात हुई। बहुत सारियां गल्लां असी इस्लामिक बिलीव सिस्टम बारे, इन्हां चीज़ां बारे पुछ पड़ताल रहे सी, गलबात कर रहे थे उन्हां दे नाल। उत्थे गल हुई कि जिहड़ा मोढे ते मुसल्ला रखिया जांदा है, वो कपड़ा रखदे ने मोढे ते, इहदा की मायना? वो कहंदा गल इह है भी जे चीज़ मोढे ते रखोगे वो वार वार थल्ले डिगेगी, फिर चुक के रखोगे, फिर डिगेगी, फिर चुक के रखोगे। ਇਹਦੇ ਨਾਲ ਜਿਹੜਾ ਨਮਾਜ਼ ਦਾ ਵਕਤ ਹੈ ਉਹ ਖੁੰਝ ਨਾ ਜਾਏ, ਇਹ ਯਾਦ ਆਉਂਦਾ ਰਹਿੰਦਾ। ਇਹ ਕੱਪੜਾ ਕਾਹਦੇ ਲਈ ਚੱਕਿਆ ਆ? ਮੋਢੇ ਤੇ ਰੱਖਦਾ, ਥੱਲੇ ਡਿੱਗਦਾ, ਫਿਰ ਰੱਖਦਾ, ਫਿਰ ਚੱਕਦਾ। ਇਸ ਕਰਕੇ ਹੈ ਪੁਰਾਣੇ ਸਮੇਂ ਕੋਲ ਅਲਾਰਮ ਤੇ ਹੁੰਦੇ ਨਹੀਂ ਸੀਗੇ, ਨਾ ਕੋਈ ਇਸ ਤਰੀਕੇ ਦੇ ਘੜੀ ਘੜਿਆਲ ਵੱਜਦੇ ਸੀਗੇ। ਸਮੇਂ ਦੀ ਬੰਤਰ ਦੇ ਮੁਤਾਬਕ ਇਸੇ ਕਰਕੇ ਅਜ਼ਾਨਾਂ ਵਗੈਰਾ ਦਿੰਦੇ ਹੁੰਦੇ ਸੀ, ਉਹ ਜਿਹਨੂੰ ਬਾਂਗ ਦੇਣਾ ਕਹਿੰਦੇ ਆ ਪੰਜਾਬੀ ਦੇ ਵਿੱਚ। एक तो याद आ जाए, जे किते बांगा ना भी होण किते देण वालियां या देण वाले थावां, तो उत्थे एटलीस्ट जिहड़ा मुसल्ला है वो एहसास करावे किसी चीज़ का। ये बात हुई। बाबा फरीद जी ने बात की, मोढे ते मुसल्ला रखिया, कपड़ा रखिया, लोकां नूं पता आ मैं नमाजी हाँ। तो अक्सर हुंदा सीगा जिहड़ा मुसल्ले दे नाल समाज विच तुरदा सीगा, उसके वास्ते लोग इज्जत पे करते थे। नमाजी है भाई, खुदा की इबादत करता आ। जे किते कोई नमाज पढ़ता होंदा सी, उहदे लई भाई राह छड्डता जांदा सीगा, अग्गों हट जांदे सी लोग, सिजदा कर रहे खुदा नूं, भाई रब्बी बंदा आ। भगत फरीद जी कहिंदे लिबास ते पाया आ, कन्न मुसल्ला सूफ गल, मोढे ते मुसल्ला आ, गल विच सूफ है। पर कहिंदे सच दसां, इस तो बिना एक गुण होर भी है, दिल काती गुड़वात। गुड़वात मेरी गलबात बड़ी मिठी है, मैं किसी नाल गल करदा मोह लेना उसनूं, मिठास है उहदे विच, मूँह तो माड़ा नहीं बोलदा, मूँह दे विच ही मिठास आ गई है। पर दुनिया दे लोगों अजे अंदर दी तुहानूं खेड दसदा, अंदर अजे काती है, कैंची है, वो मेर तेर करदी है, अपना बगाना दसदी है, नफरत ईर्खा चलदी है अंदर, कैंची चलदी है अंदर। सच है, ये सूफ है। क्या बाहर दा वेस ना देखियो, कन्न मुसल्ला सूफगढ़ दिल काती गुड़वात, बाहर दिसै चानना दिल अंधियारी रात। बाहर ते चानन दिसदा, सारी रोशनी है, सारा सारा घर रोशन है बाहरों ते, पर बाहर दी रोशनी दा की करांगे? वो कहंदे चिराग बहुत जले गली और कूचे में, पर दिले मकामे अंधेरा ही रहा। गलियां कूचियां ते बड़े शामियाने ला दिते, बड़े जड़ा शमा बाल दित्तियां, बड़े शमादान लगा दिते गए। जिहड़ी दिल की दुनिया से उत्ते हनेरा ही रह गया, कूड़ ही ढो रहा बंदा। वेस अपने आप को डिकलेयर करना है, हू एम आई, मैं कौन हाँ, पर उहदा प्रभाव बाहर मुखी रख के हंकार वधाउणा नहीं, अंतरमुखी होके अपने आप को दसना है, यार डिकलेयर करता ही, सिर ते पग बन्नी आ, गुरु दा सिख है, देखी कि सिर एवं सज्जे खब्बे ना झुका दें। एक रंग होर इहदे नाल ऐड कर देना, ये मिलता लिटरेचर दे विच कि मुगलिया दौर दे विच कुछ बहुते ते अपनी इज्जत पत वेच गए, मुगलों के हत्थों दे विच घरों डोले दे दिते। कुछ अणखी लोग भी होंदे ने, कई बार एक छोटा जिहा कोई राजपूत राणा सीगा, तो उन्हें जो मुगलों ने जोर पाया, तो आखिरकार राज भाग छड़ के जंगलों में चला गया। कहता नहीं भाई अधीनगी नहीं कबूलनी इन्हों की, जंगलों च रहना पिया कुछ समा। उत्थे मराशी मिल गया उन्होंने, एक मराशी अक्सर वो दरबार जाता सीगा जदों राणा सीगा, राजा सीगा, ते मराशी नूं कुछ ना कुछ दे के तोरदा। अज भी मराशी आया, मराशी ने कुछ उसकी बनी हुई पुरानी रौह के मुताबिक तारीफ की। हुण राणा कहता भी मराशी अज कुछ नहीं देण जो कहेगा। मराशी ने देखा सिर ते पग बड़ी सोहनी बनी इन्हें,
क्यों ना पग ही लै ला ਇਹਦੇ ਕੋਲ। ਉਹ ਕਹਿੰਦਾ ਅੱਛਾ, ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਰਾਣਾ, ਤੇਰੇ ਸਿਰ ਤੇ ਪੱਗ ਵੱਜੀ ਹੈ, ਇਹੀ ਦੇ ਦੇ। ਉਹਨੇ ਕਿ ਕੋਈ ਗੱਲ ਨਹੀਂ, ਉਹਨੇ ਦੇ ਦਿੱਤੀ। ਪਰ ਕਹਿੰਦਾ ਗੱਲ ਸੁਣ ਸੱਜਣਾ, ਇਹ ਪੱਗ ਬੰਨ੍ਹ ਕੇ ਤੁਹਾਡਾ ਕੰਮ ਹੈ ਜਗ੍ਹਾ ਜਗ੍ਹਾ ਜਾ ਕੇ ਲੋਕਾਂ ਦੀਆਂ ਝੂਠੀਆਂ ਸੱਚੀਆਂ ਤਾਰੀਫਾਂ ਕਰਨੀਆਂ, ਉਹਨਾਂ ਤੋਂ ਕੁਝ ਲੈਣ ਵਾਸਤੇ, ਕੁਝ ਕਿਸੇ ਕਿਸਮ ਦਾ ਦਾਨ ਵਗੈਰਾ, ਕੋਈ ਜਿਹੜਾ ਹੈਗਾ ਮਾਲ ਸਰਮਾਇਆ। ਕਿਤੇ ਕੱਲ ਨੂੰ ਮੁਗਲਾਂ ਦੇ ਦਰਬਾਰ ਜਾਏ, ਕਿਤੇ ਜਾਏ, ਦੇਖੀਆਂ ਪੱਗ ਬੰਨ੍ਹ ਕੇ ਨਾ ਤੁਰ ਜੀ, ਪੱਗ ਮੇਰੀ ਹੈ, ਇਹ ਝੁਕਣੀ ਤੇ ਲਿਫਣੀ ਨਹੀਂ ਚਾਹੀਦੀ। ਇਸੇ ਕਰਕੇ ਜੰਗਲਾਂ 'ਚ ਇਸ ਤਰੀਕੇ ਜੋ ਕੰਡੇ ਮਿੱਧਦਾ ਫਿਰ ਰਿਹਾ, ਇੱਥੇ ਝੱਗ ਰਿਹਾ ਸਾਰਾ ਜੰਗਲ, ਇੱਥੇ ਜ਼ਿੰਦਗੀ ਦੁੱਖਮਈ ਜੀ ਰਿਹਾ। ਖੈਰੋ ਮੀਰਜ਼ਾਦਾ ਵੀ ਬਚਨ ਦਾ ਬਲੀ ਹੋਣਾ ਜੀ। ਉਹ ਕਹਿੰਦਾ ਕੋਈ ਨਾ ਰਾਣਾ, ਪੱਗ ਲੈ ਲਈ ਹੁਣ ਤੇਰੇ ਤੋਂ, ਵਾਅਦਾ ਵੀ ਕਰ ਜਾਣਾ ਤੇਰੇ ਨਾਲ। ਚਲਾ ਗਿਆ। ਉਹ ਕਿਤੇ ਕਿਤੇ ਨਾ ਕਿਤੇ ਅਕਬਰ ਦਾ ਕਾਫਲਾ ਲੰਘ ਰਿਹਾ ਸੀ, ਤੇ ਅਕਬਰ ਦੇ ਕਾਫਲੇ ਦੇ ਕੋਲੋਂ ਦੀ ਉਹ ਵੀ ਲੰਘ ਰਿਹਾ, ਤੇ ਉਹਨੇ ਕਿਹਾ, ਸਾਰਿਆਂ ਨੇ ਕਿਹਾ ਵੀ ਕੁਛ ਲੈ ਲਓ। ਉਹ ਵੀ ਲਾਲਚ ਦਾ ਮਾਰਿਆ ਅੱਗੇ ਵੱਧ ਗਿਆ। ਜਦੋਂ ਅੱਗੇ ਪਹੁੰਚ ਗਿਆ ਤੇ ਅਕਬਰ ਨੂੰ ਦੇਖਿਆ ਸਾਹਮਣੇ, ਤੇ ਸਿਰ ਝੁਕਾਉਣ ਲੱਗਾ, ਤੇ ਉਹ ਸਿਰ ਤੇ ਦੇਖਿਆ ਪੱਗ ਵੱਜੀ ਹੈ। ਹੁਣ ਕੀ ਕੀਤਾ ਜਾਏ? ਆਖਰਕਾਰ ਮਰਾਸ਼ੀ ਸੀਗਾ, ਤਰੀਕਾ ਲੱਭਿਆ, ਪੱਗ ਚੁੱਕ ਕੇ ਉੱਚੀ ਚੁੱਕ ਲਈ, ਮੱਥਾ ਸਿਰ ਥੱਲੇ ਕਰਕੇ ਸਲਾਮ ਕਰਕੇ, ਫਿਰ ਉੱਤੇ ਕਰਕੇ ਸਿਰ ਫਿਰ ਪੱਗ ਰੱਖ ਲਈ। ਉਹ ਅਕਬਰ ਕਹਿੰਦਾ ਮਰਾਸ਼ੀ ਬੜੇ ਤਰ੍ਹਾਂ ਦੇ ਸਲਾਮ ਵੇਖੇ ਨੇ, ਆਹ ਸਲਾਮ ਵੱਖਰੇ ਕਿਸਮ ਦਾ। ਇਹ ਕੀ ਗੱਲ ਹੈ? ਆਹ ਕਿਹੋ ਜਿਹਾ ਸਿਜਦਾ, ਇਹੋ ਕਿਹੋ ਜਿਹਾ ਹੱਥ ਨਾਲ ਸਿਜਦਾ ਕਰ ਰਿਹਾ, ਦੂਜੀ ਪੱਗ ਉੱਤੇ ਚੁੱਕ ਰਿਹਾ, ਸਿਰ ਥੱਲੇ ਕਰ ਰਿਹਾ। ਉਹ ਕਹਿੰਦਾ ਜੀ ਗੱਲ ਇਹ ਹੈ, ਬਾਦਸ਼ਾਹ ਸਲਾਮਤ, ਜਾਨ ਦੀ ਸਲਾਮਤੀ ਚਾਹੁੰਦਾ, ਅਸਲ ਵਿੱਚ ਸਿਰ ਤੇ ਮੇਰਾ ਹੀ ਹੈ, ਪਰ ਪੱਗ ਮੇਰੀ ਨਹੀਂ ਹੈ। ਜਿਹਦੇ ਤੋਂ ਪੱਗ ਮੰਗੀ ਸੀ ਉਹਦੇ ਤੋਂ ਉਹਨੂੰ ਵਾਅਦਾ ਦਿੱਤਾ ਸੀਗਾ, ਪੱਗ ਨਹੀਂ ਤੇਰੇ ਅੱਗੇ ਝੁਕਾਉਣੀ। ਐਕਚੁਅਲ ਲੈਵਲ ਤੇ ਤੁਸੀਂ ਦੇਖੋ, ਜਦੋਂ ਅਸੀਂ ਕੋਈ ਰੂਪ ਲੈਂਦੇ ਹਾਂ ਨਾ, ਹੈ ਕਹਾਣੀ ਹੈ, ਕਹਾਵਤ ਹੈ, ਪਰ ਜਦੋਂ ਅਸੀਂ ਕੋਈ ਉਸ ਰੂਪ ਨੂੰ ਅਪਣਾ ਰਹੇ ਹਾਂ, ਉਹਦੀ ਲੱਜ ਵੀ ਪਾ ਲਈ ਹੈ। ਇਹੀ ਵੇਸ ਦਾ ਮਤਲਬ ਇਹ ਹੁੰਦਾ ਆ। ਇਕੱਲੇ ਇਹ ਨਹੀਂ ਕਿ ਤੁਸੀਂ ਕੇਸ ਵਧਾ ਲਏ ਤੇ ਤੁਸੀਂ ਦਸਤਾਰ ਬੰਨ੍ਹ ਲਈ ਤੇ ਤੁਸੀਂ ਕਕਾਰ ਜਿਹੜਾ ਹੈਗਾ ਪਾ ਲਏ। ਜੇ ਉਹਨਾਂ ਦੀ ਵੈਲਿਊ ਦਾ ਅਹਿਸਾਸ ਨਹੀਂ ਹੈਗਾ, ਮਤਲਬ ਇਹ ਜਿਹੜੀ ਚੀਜ਼ ਗੁਰੂ ਅਮਰਦਾਸ ਸਾਹਿਬ ਦੀ ਗੱਲ ਕਰਦੇ, ਜਦੋਂ ਅਸੀਂ ਸਿੱਖੀ ਦੇ ਰਾਹ ਦੇ ਉੱਤੇ ਤੁਰਾਂਗੇ, ਧਰਮ ਦੀ ਗੱਲ ਇਹ ਹੋ ਰਹੀ ਹੈ ਨਾ ਵੀ, ਤੇ ਦੂਜੀਆਂ ਸਾਰੇ ਧਰਮਾਂ ਦੀ ਗੱਲ ਕਰ ਲਈ, ਆਪਣੇ ਧਰਮ ਦੀ, ਆਪਣੇ ਲਿਬਾਸ ਦੀ, ਆਪਣੇ ਵੇਸ ਦੀ ਗੱਲ ਹੋਏ। ਇਹਦੇ ਵਿੱਚ ਸਾਹਿਬ ਮਹਾਰਾਜ ਬਿਆਨ ਕਰਦੇ ਕਿ ਦੇਖੀ ਲੋਕਾਂ ਵੇ ਹੋਂ ਸੁਹਵੀ, ਅਨਾਊਂਸ ਕਰ ਦਿੱਤਾ, ਉਹ ਦੁਨੀਆ ਦੇ ਲੋਕੋ ਮੈਂ ਸੁਹਾਗਣ ਦਾ ਵੇਸ ਪਾ ਲਿਆ ਹੈਗਾ। ਲੋਕਾਂ ਵੇ ਹੋਂ ਸੁਹਵੀ, ਸੁਹਾ ਵੇਸ ਕਰੀ। ਫਿਰ ਕਿਆ ਵੇਸੀ ਸ਼ੌਹ ਨਾ ਪਾਈ ਹੈ? ਕੱਲਾ ਵੇਸ ਸ਼ੌਹ ਤੱਕ ਨਹੀਂ ਲੈ ਕੇ ਜਾਂਦਾ, ਵੇਸ ਦੇ ਪਿੱਛੇ ਪਿਆ ਹੋਇਆ ਆਈਡੀਆ, ਥਾਟ, ਜੇ ਚੀਜ਼ ਨਾ ਹੁੰਦੀ ਤੇ ਜਿਹੜੀ ਤੁਸੀਂ ਸਾਖੀ ਪੜ੍ਹਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਅਨੰਦਪੁਰ ਸਾਹਿਬ ਦੇ, ਜਦੋਂ ਅਜੇ ਝੱਖੜ ਝੁੱਲਣੇ ਸ਼ੁਰੂ ਹੋਣੇ ਨੇ, ਜੇ 7 ਮਹੀਨਿਆਂ ਦਾ ਘੇਰਾ ਪੈਣ ਵਾਲਾ, ਸਾਰੇ ਮਾਹੌਲ ਬਣ ਰਿਹਾ। ਗੁਰੂ ਸਾਹਿਬ ਜਾਨੀ ਜਾਨ ਸਭ ਜਾਣਦੇ ਵੀ ਕਿਹੋ ਜਿਹਾ ਮਾਹੌਲ ਆ ਰਿਹਾ, ਪਰਖ ਦੀ ਘੜੀ ਆ ਰਹੀ ਹੈ। ਉਸ ਤੋਂ ਕੁਝ ਸਮਾਂ ਪਹਿਲਾਂ, ਮਤਲਬ ਉਸ ਅਨੰਦਪੁਰ ਸਾਹਿਬ ਦੀ ਨਗਰੀ ਦੇ ਆਲੇ ਦੁਆਲੇ ਸ਼ਿਵਾਲਿਕ ਦੀ ਤਲਹਟੀ ਦੇ ਉਸ ਤਰਾਈ ਦੇ ਇਲਾਕੇ ਦੇ ਵਿੱਚ ਥੱਲੇ ਪਾਸੇ ਲੋਕੀ ਅਕਸਰ ਕਹਿੰਦੇ, ਮਹਾਰਾਜ ਸ਼ੇਰ ਬੜਾ ਤਗੜਾ ਵੇਖਿਆ ਅੱਜ, ਸ਼ੇਰ ਤੁਰਿਆ ਫਿਰਦਾ। ਸ਼ੇਰ ਦੀ ਬੜੀ ਚਰਚਾ ਹੋ ਰਹੀ ਚਾਰ ਚੁਫੇਰੇ। ਭਾਈ ਉਹਨਾਂ ਸਮਿਆਂ ਦੇ ਵਿੱਚ ਹੀ ਅਨੰਦਪੁਰ ਸਾਹਿਬ ਦਾ ਇੱਕ ਵਸਨੀਕ ਹੈ ਘੁਮਿਆਰ, ਉਹਦਾ ਕਾਫੀ ਦਿਨਾਂ ਤੋਂ ਖੋਤਾ ਗਵਾਚ ਗਿਆ। ਉਹਨੇ ਸੋਚਿਆ ਵੀ ਸ਼ੇਰ ਤੁਰਿਆ ਫਿਰਦਾ, ਆਮ ਹੋ ਸਕਦਾ ਸ਼ੇਰ ਹੀ ਖਾ ਗਿਆ ਖੋਤੇ ਨੂੰ, ਇਹ ਵੀ ਗੱਲ ਹੋ ਸਕਦੀ। ਅਕਸਰ ਜੰਗਲੀ ਜਾਨਵਰ ਦੂਜੇ ਜਾਨਵਰਾਂ ਨੂੰ, ਪਾਲਤੂਆਂ ਨੂੰ ਖਾ ਜਾਂਦੇ ਸੀਗੇ। ਉਹ ਕਰਦਿਆਂ ਕਿਤੇ ਇੱਕ ਦਿਨ ਉਹ ਜੋ ਖੋਤੇ ਚਾਰ ਰਿਹਾ ਸੀਗਾ, ਤਾਂ ਉਹਨੇ ਦੇਖਿਆ ਵੀ ਸ਼ੇਰ ਉਹ ਭੱਜਣ ਲੱਗਾ, ਤਾਂ ਹੀ ਦੇਖਦਾ ਕਿ ਉਹ ਸ਼ੇਰ ਤੋਂ ਉਹਦੇ ਖੋਤਿਆਂ 'ਚ ਤੁਰਿਆ ਫਿਰਦਾ। ਉਹ ਥੋੜਾ ਹੌਸਲਾ ਜਿਹਾ ਕਰਕੇ ਹੋਰ ਅੱਗੇ ਵਧਿਆ, ਤਾਂ ਉਹਨੂੰ ਪਤਾ ਲੱਗਾ, ਓਹੋ ਅਸਲ 'ਚ ਸ਼ੇਰ ਤੇ ਹੈ ਹੀ ਨਹੀਂ, ਇਹ ਤੇ ਖੋਤਾ ਆ, ਕਿਸੇ ਨੇ ਖੱਲ ਪਾਈ ਹੈ ਸ਼ੇਰ ਦੀ ਉੱਤੇ। ਉਹਨੇ ਖੱਲ ਲਾ ਲਈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆ ਗਿਆ। ਮਹਾਰਾਜ ਦਾ ਦਰਬਾਰ ਲੱਗਾ ਸੀ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਉਹ ਸ਼ੇਰ ਵਾਲੀ ਪਹੇਲੀ ਜਿਹੜੀ ਉਹ ਸੋਲਵ ਹੋ ਗਈ ਹੈ। ਸਾਹਿਬ ਕਹਿੰਦੇ ਉਹ ਕਿਵੇਂ? ਕਹਿਣ ਲੱਗਾ, ਜੀ ਆਹ ਦੇਖੋ, ਆਹ ਖੱਲ ਹੈ, ਉਹ ਖੋਤਾ ਮੇਰਾ ਜਿਹੜਾ ਗਵਾਚਾ ਹੈ, ਖੋਤਾ ਵੀ ਲੱਭ ਗਿਆ। ਉਹ ਤੇ ਕਿਸੇ ਨੇ ਇੱਕ ਤਰ੍ਹਾਂ ਦੇ ਨਾਲ ਸ਼ਰਾਰਤ ਕੀਤੀ ਹੈ, ਮਜ਼ਾਕ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੱਸ ਕੇ ਕਹਿਣ ਲੱਗੇ, ਕਿਸੇ ਨੇ ਨਹੀਂ ਕੀਤਾ, ਇਹ ਸਾਡਾ ਕੌਤਕ ਹੈ। ਕਹਿਣ ਲੱਗੇ, ਪਾਤਸ਼ਾਹ ਤੁਸੀਂ ਐਵੇਂ ਕਿਉਂ? ਸਾਹਿਬ ਕਹਿੰਦੇ, ਇਸ ਕਰਕੇ ਵੇਖਿਆ ਜੇ ਕਿਤੇ ਅੰਦਰੋਂ ਖੋਤੇ ਹੀ ਰਹਿ ਜਾਓ, ਉੱਤੇ ਸ਼ੇਰ ਦੀ ਖੱਲ ਪਈ ਰਹਿ ਜੇ ਨਾ। ਜੇ ਸ਼ੇਰ ਦੀ ਖੱਲ ਹੈ ਤੇ ਫਿਰ
अंदर भी शेर ही होना चाहिए। तो सच्चाई ये है, इतिहास गवाह है, तवारीख गवाह है। मुगलों के सोर्सेज ने लिख लिख के मारना सीगा साडे मत्थियां ते भी आ देखो जो घेरा पिया तो जंग हो रही, फलाने ने हथियार सट दिते, फलाना हथ खड़े करके आ गया, फलाने ने आ चौधर लैन वास्ते गुरु का साथ छड़ दिता। तवारीख इस गल की गवाह है, जिन्हें गुरु वाल मूँह किया, कहना मैं गुरमुख हाँ, मुड़ के पोरियां पोरियां कटिया गया, गुरु के राह तो पिछे नहीं हटिया। गुरु के अगले पासे सीना डाह के, हिक्कां डाह के उन्हें अपने सीने के उत्ते तीरां दे बंदूकां दे वार सहे, पर यह नहीं भी छड्ड के चला गया है। सब ने बात की थी, वेस कले की बात नहीं कि वेस पिछे पए हुए सोच नूं अपनाना है। अगला वचन है, नानक तिन्नी शौ पाया जिन्हें गुरु की सिख सुनी, पर यह शौ मिलता उन्होंने है जिन्होंने गुरु की सिख सुन ली है। जो तिस भावै सो थी है इन बिद कंत मिली। बाकी काले पैन नाल नहीं, ये रजा दा राह आ। जो कंत नूं जो पाउंदा उस राह ते तुरे जावांगे, आखिरकार वो कंत एक दिन झोली पा देगा। सच पौड़ी हुक्मी सृष्ट साजियन बहु पित संसारा। बाकी ये कई तरह का संसार साजिया उसने, जजमेंटल नहीं होना, वार वार बात कार्य की जा रही है। ये जी विभिन्नता आ जिन्हों असी डाइवर्सिटी कहने है, दैट इज़ द पार्ट ऑफ दिस नेचर। सो महाराज कहते एक्सैप्ट करो इन इस रूप के। हुक्मी सृष्ट साजियन सब पित संसारा, तेरा हुक्म न जापी केतड़ा सच्चे अलख अपारा। हे अलख ना दिसन योग, तेरा हुक्म कितना वड्डा ते बेअंत है। असी कौन हुन्ने आ समझण वाले, एक ना नो तो मेल नहीं गुरु शब्द विचारा। कईयां ते तरस कर देना तो जी बात असीं सारी पिछे की, गुरु के शब्द की विचार जो तो बंदे ते आचार विच उकर जाती है, समझो वो पारस कला वापर गई। धात सी एक अदनी जी जिहदी कोई कीमत नहीं सी, पारस नाल छू गई, सोन कणी हो गई। ਉਹਦੀ बात की, एक ना नो तू मेल न गुरु शब्द विचारा, सच रत्ते से निर्मले हाउ मैं तज वकारा। अलामत दो ही चीज़ां ने, या वकार मार रहे हैं, जो वकारां ते काबू आ जाता, हंकार मार रहा है, की किया जाए। दोनों पासे मार है। पर साहब कहते सच रत्ते से निर्मले हाउ मैं तज वकारा, दोनों ही छड़ दिते। जे वकार छड्डे धर्मी बने तो हंकार भी छड़ता, कराउण वाला तू है दाता, जिस तू मिलना सो तुद मिले सोई सचियारा। भाई सचियार होने का राह हुई है जिन्हों तू आप तरस करके मिला लें दाता, साले लिए सिक्ख्या है। इन्नियां क बेनतियां नाल खिमा, भुलां गलतियां ना चतारे जो ढाडी वीर आ गए ने, अगली सेवा वो करनगे। करसानी लिए जूझ रहे माई भाई लिए चढ़दी कला ते सफलता की अरदास के नाल समापन है। वाहिगुरू जी का खालसा, वाहिगुरू जी की फतेह।